ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਧੰਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਾਤਸ਼ਾਹ ਜੀ। ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਿਆਰਿਓ, ਮਨ ਹਾਜ਼ਰ ਹੋਵੇਗਾ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ, ਕਿਉਂਕਿ ਜਿੰਨੇ ਵੀ ਸਰੀਰ ਦੇ ਅੰਗ ਹਨ, ਕੰਨ ਹਨ, ਅੱਖਾਂ ਹਨ, ਹੱਥ ਹਨ, ਪੈਰ ਹਨ, ਅੱਖਾਂ ਨੇ ਦਰਸ਼ਨ ਕਰਨੇ ਹਨ, ਕੰਨਾਂ ਨੇ ਗੁਰਬਾਣੀ ਸਰਵਣ ਕਰਨੀ ਹੈ, ਹੱਥਾਂ ਨੇ ਸੇਵਾ ਕਰਨੀ ਹੈ, ਪੈਰਾਂ ਨਾਲ ਗੁਰੂ ਘਰ ਚੱਲ ਕੇ ਜਾਇਆ ਜਾਣਾ ਹੈ। ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰ ਬਿੰਦ। ਇੱਕ ਬਿੰਦ ਵੀ, ਘੜੀ ਵੀ, ਇੱਕ ਪਲ ਵੀ ਕਹਿ ਦਈਏ ਸਤਨਾਮ ਸ੍ਰੀ ਵਾਹਿਗੁਰੂ, ਪਾਪ ਮਿਟ ਜਾਂਦੇ ਹਨ। ਇਸ ਰਸਨਾ ਤੇ ਸਤਨਾਮ ਵਸ ਜਾਂਦੇ ਹਨ। ਉਹਨਾਂ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਪ ਰਸ ਜਾਂਦਾ ਹੈ, ਟਿਕ ਜਾਂਦਾ ਹੈ ਇਸ ਰਸਨਾ ਤੇ। ਸੋ ਮਨ ਨੂੰ ਜੋੜੋ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਜਨਮ ਸਾਖੀ ਦੀ ਸਾਖੀ ਆਪ ਜੀ ਸਰਵਣ ਕਰਦੇ ਹੋ। ਦਾਸਰਾ ਇੱਕ ਇੱਕ ਸਾਖੀ ਜਨਮ ਸਾਖੀ ਦੇ ਵਿੱਚੋਂ ਸੰਗਤਾਂ ਤੱਕ ਪੜ੍ਹ ਕੇ ਸੁਣਾ ਰਿਹਾ ਹੈ, ਕਿਉਂਕਿ ਜਨਮ ਸਾਖੀ ਦੇ ਵਿੱਚ ਬਹੁਤ ਸਾਰੇ ਸ਼ਬਦ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਉਹ ਸ਼ਬਦ ਵੀ ਆ ਜਾਂਦੇ ਹਨ। ਕਿੱਥੇ ਕਿੱਥੇ ਸਤਿਗੁਰਾਂ ਨੇ ਉਹਨਾਂ ਸ਼ਬਦਾਂ ਦਾ ਉਚਾਰਨ ਕੀਤਾ, ਕਿੱਥੇ ਕਿੱਥੇ ਭਾਈ ਮਰਦਾਨਾ ਜੀ ਨੇ ਨਾਲ ਰਬਾਬ ਵਜਾਈ, ਨਾਲ ਭਾਈ ਬਾਲਾ ਜੀ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਵਰ ਕਰਨ ਵਾਲੇ ਸੇਵਕ ਭਾਈ ਬਾਲਾ ਜੀ ਸੰਧੂ, ਉਹ ਚਵਰ ਕਰਦੇ ਹਨ। ਕਿਵੇਂ ਕਿਵੇਂ ਪੈੜਾ ਮੋਖਾ ਸੁਲਤਾਨਪੁਰ ਤੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਕਿਵੇਂ ਕਿਵੇਂ ਭਾਈ ਬਾਲਾ ਜੀ ਨੇ, ਕਿਉਂਕਿ ਨਾਲ ਰਹਿੰਦੇ ਸਨ, ਜੋ ਜੋ ਦੇਖਿਆ ਤੱਕਿਆ ਉਹ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੁਣਾਉਂਦੇ ਹਨ। ਕਿਵੇਂ ਕਿਵੇਂ ਵਿਸਮਾਦ ਹੋ ਕੇ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੇ ਸਤਿਗੁਰਾਂ ਦੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸਰਵਣ ਕਰਦੇ ਹਨ। ਪੈੜਾ ਮੋਖਾ ਸੁਲਤਾਨਪੁਰ ਵਾਲੇ ਜਿਨ੍ਹਾਂ ਨੇ ਸਤਿਗੁਰਾਂ ਦੇ ਦੂਸਰੇ ਪਾਤਸ਼ਾਹ ਮਹਾਰਾਜ ਜੀ ਦੇ ਕਹਿਣ 'ਤੇ ਜਨਮ ਪੱਤਰੀ ਜਿਹੜੀ ਸੀ ਉਹਦਾ ਉਲੱਥਾ ਕੀਤਾ ਗੁਰਮੁਖੀ ਦੇ ਵਿੱਚ। ਉਹਨਾਂ ਨੇ ਜੋ ਜੋ ਭਾਈ ਬਾਲਾ ਜੀ ਨੇ ਕੌਤਕ ਸਤਿਗੁਰਾਂ ਨੇ ਵਰਤਾਏ, ਕੌਤਕ ਵਰਤਾਏ, ਦੁਨੀਆ ਦਾ ਭਲਾ ਕੀਤਾ, ਦੁਨੀਆ ਦੇ ਨਾਲ ਵਾਰਤਾਲਾਪ ਕੀਤੀ, ਉਹਨਾਂ ਨੂੰ ਸਤਨਾਮ ਦੇ ਨਾਲ ਜੋੜਿਆ। ਭਾਈ ਬਾਲਾ ਜੀ ਨੇ ਵੀ ਉਹ ਬਚਨ ਸੁਣਾਏ। ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕਰ ਦਿੱਤਾ ਹੈ ਜਨਮ ਸਾਖੀ ਦਾ। ਗੁਰਪ੍ਰਤਾਪ ਸੂਰਜ ਦੇ ਵਿੱਚ ਪੜ੍ਹਿਆ ਕਰੋ। ਉਹਨਾਂ ਸਾਖੀਆਂ ਵਿੱਚੋਂ ਦਾਸ ਵੀ ਰੋਜ਼ ਪੜ੍ਹ ਰਿਹਾ ਹੈ। ਹੋ ਸਕਦਾ ਹੈ ਕੋਈ ਸ਼ਬਦ ਸਾਡੇ ਮਨ 'ਤੇ ਵਸ ਜਾਵੇ, ਕੋਈ ਗਿਆਨ ਸਾਡੇ ਮਨ 'ਤੇ ਵਸ ਜਾਵੇ। ਦਿੱਤਾ ਭਾਵੇਂ ਗਿਆਨ ਉਸ ਵੇਲੇ ਹੈ ਸਤਿਗੁਰਾਂ ਨੇ, ਥਾਂ ਥਾਂ 'ਤੇ ਲੋਕਾਂ ਨੂੰ ਜਾ ਕੇ ਅੱਜ ਵੀ ਉਹੀਓ ਮਨ ਹਨ, ਉਹੀਓ ਸੂਰਜ ਹਨ, ਉਹੀਓ ਰਾਤਾਂ ਹਨ, ਸਭ ਕੁਝ ਉਹੀਓ ਹੈ। ਇਹ ਮਨ ਕਿਉਂ ਬਦਲ ਗਿਆ ਹੈ, ਕਿਉਂ ਬਦਲ ਗਿਆ ਹੈ, ਕਿਉਂ ਗੁਰੂ ਨਾਲੋਂ ਦੂਰ ਹੋ ਗਿਆ ਹੈ।
ਪਹਿਲਾਂ ਜਿਹੜੀ ਸਾਖੀ ਆਪਾਂ ਪੜ੍ਹੀ ਸੀ ਉਹਦੇ ਵਿੱਚੋਂ ਕੁਝ ਬਚਨ ਰਹਿ ਗਏ ਸਨ। ਕਿਵੇਂ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹ 4 ਇਮਾਮ ਮਿਲੇ। ਮਦੀਨੇ ਦੀਆਂ ਸਾਖੀਆਂ ਹਨ। ਕਿਵੇਂ ਕਿਵੇਂ ਉਹਨਾਂ ਨੇ ਪੁੱਛਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ, ਚੰਗੀਆਂ ਗੱਲਾਂ ਕਿਹੜੀਆਂ ਹਨ, ਚੰਗੀਆਂ ਕੌਣ ਕਰਵਾਉਂਦਾ ਹੈ, ਬੁਰੀਆਂ ਕੌਣ ਕਰਵਾਉਂਦਾ ਹੈ, ਇਹ ਕਾਮਦੇਵ ਕੀ ਹੈ, ਇਹ ਲੋਭ ਕੀ ਹੈ, ਇਹ ਮੋਹ ਮਾਇਆ ਦਾ ਜਾਲ ਕੀ ਹੈ। ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਨਾਨਕ ਸ਼ਾਹ ਪੀਰ ਆਖਿਆ ਹੈ। ਅਸੀਂ ਵੀ ਰੋਜ਼ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ। ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਬੜੇ ਸ਼ਬਦ ਆ ਜਾਂਦੇ ਹਨ ਗੁਰਬਾਣੀ ਦੇ ਵਿੱਚ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਬਾਰ-ਬਾਰ ਪੜ੍ਹਦੇ ਹਾਂ। ਅਦਬ ਨਾਲ ਸਤਿਕਾਰ ਨਾਲ ਉਹਨਾਂ ਨੇ ਸ਼ਾਹ ਆਖਿਆ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਵੱਡੇ ਸੂਰਮੇ ਵੀ ਆਖਿਆ ਹੈ। ਨਾਨਕ ਸ਼ਾਹ ਸੂਰਾ, ਕਿਉਂਕਿ ਗੁਰੂ ਸੂਰੇ ਹਨ। ਗੁਰੂ ਇਸ ਮੈਦਾਨ ਦੇ ਜੰਗ ਵਿੱਚ ਇਸ ਮਨ ਨਾਲ ਲੜਦੇ ਹਨ, ਦੁਨੀਆ ਨੂੰ ਸਿੱਧੇ ਰਾਹ ਪਾਉਂਦੇ ਹਨ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਨਾਲ ਝਗੜਾ, ਮਨ ਹੀ ਮੰਝ ਮਿਆਨੋ ਪੜ੍ਹਨਾ ਗੁਰਬਾਣੀ ਵਿੱਚੋਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ। ਭਗਤ ਕਬੀਰ ਜੀ ਨੇ ਗੁਰਬਾਣੀ ਵਿੱਚ ਫਰਮਾਇਆ ਹੈ, ਕਬੀਰ ਸਤਿਗੁਰ ਸੂਰਮੇ, ਕਿਉਂਕਿ ਸਤਿਗੁਰੂ ਸੂਰਮੇ ਹਨ। ਇਸ ਮਨ ਨੂੰ ਐਸਾ ਤੀਰ ਮਾਰ ਦਿੰਦੇ ਹਨ, ਇਹ ਮਨ ਵਿੰਨਿਆ ਜਾਂਦਾ ਹੈ ਜਿਵੇਂ ਹੀਰਾ ਵਿੰਨਿਆ ਜਾਂਦਾ ਹੈ। ਹੀਰੇ ਹੀਰਾ ਵੇਧਿਆ, ਬਸ ਚੱਲ ਪੈਂਦਾ ਹੈ ਫਿਰ ਜਪਣ ਸਤਨਾਮ ਸ੍ਰੀ ਵਾਹਿਗੁਰੂ, 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 ਸਤਨਾਮ ਸ੍ਰੀ ਵਾਹਿਗੁਰੂ ਚੱਲ ਪੈਂਦਾ ਹੈ। ਜਿਵੇਂ ਖੂਹ ਦੀਆਂ ਟਿੰਡਾਂ ਘੁੰਮਦੀਆਂ ਰਹਿੰਦੀਆਂ ਹਨ, ਫਿਰ ਇਹਦਾ ਮਨ ਵੀ ਘੁੰਮਦਾ ਰਹਿੰਦਾ ਹੈ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸਖਣੀ ਇੱਕ ਫਿਰ ਭਰੀਅਤ ਹੈ। ਗੁਰਬਾਣੀ ਵਿੱਚੋਂ ਸੁੱਧ ਕਰਕੇ ਪੜ੍ਹ ਲੈਣਾ। ਅੱਜ ਕੱਲ੍ਹ ਮੋਬਾਈਲਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਹਾਜ਼ਰ ਨਾਜ਼ਰ ਹਨ, ਝੱਟ ਬੱਚੇ ਸਿਆਣੇ ਕੱਢ ਲੈਂਦੇ ਹਨ। ਗੱਲ ਕਰਦਿਆਂ ਕਰਦਿਆਂ ਟੈਲੀਫੋਨ 'ਤੇ ਉਸੇ ਸ਼ਬਦ ਦੇ ਅੱਜ ਦੇ ਕਾਲ ਵਿੱਚ, ਅੱਜ ਦੇ ਟਾਈਮ ਵਿੱਚ ਦਰਸ਼ਨ ਹੋ ਜਾਂਦੇ ਹਨ। ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅਦਬ ਸਤਿਕਾਰ ਦੇ ਨਾਲ ਪੀਰ ਵੀ ਆਖਿਆ। ਪੀਰਾਂ ਦੇ ਪੀਰ ਹਨ। ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਨੇ ਵੀ ਕਹਿ ਦਿੱਤਾ ਹੈ, ਜਾਹਰ ਪੀਰ ਜਗਤ ਗੁਰ ਬਾਬਾ, ਕੁਦਰਤ ਕਿਸ ਦੀ ਕਰੈ ਜਵਾਬਾ। ਉਹਨਾਂ ਨੇ ਪੰਜਾਂ ਬਾਰੇ ਪੁੱਛਿਆ ਸੀ। ਉਹ ਜਿਹੜੇ ਚੌਹਾਂ ਇਮਾਮਾਂ ਦੇ ਸਵਾਲ ਸਨ, ਆਪਾਂ ਪੜ੍ਹਦੇ ਹਾਂ ਜਦੋਂ ਸ਼ਬਦ ਬਾਬਾ ਆਖੇ ਹਾਜੀਆਂ ਸ਼ੁਭ ਅੰਬਲਾਂ ਬਾਝੋਂ ਦੋਨੋਂ ਹੀ ਰੋਈ। ਆਰੰਭਤਾ ਹੁੰਦੀ ਹੈ, ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨ ਸਕੈ ਕੁਦਰਤ ਕੋਈ। ਬਾਬਾ ਆਖੇ ਹਾਜੀਆਂ ਸ਼ੁਭ ਅੰਬਲਾਂ ਬਾਝੋਂ
ਦੋਨੋਂ ਹੀ ਰੋਈ। ਉਸ ਵੇਲੇ ਹਿੰਦੂ ਤੇ ਮੁਸਲਮਾਨ ਸਨ। ਮਹਾਰਾਜ ਕਹਿਣ ਲੱਗੇ, ਭਾਵੇਂ ਉਹ ਹੋਣ ਤੇ ਭਾਵੇਂ ਉਹ ਹੋਣ, ਦੋਨਾਂ ਵਿੱਚੋਂ ਕੋਈ ਹੋਵੇ, ਜੇ ਸ਼ੁਭ ਅਮਲ ਪੱਲੇ ਨਹੀਂ ਤਾਂ ਦੋਨਾਂ ਨੂੰ ਹੀ ਰੋਣਾ ਪਵੇਗਾ, ਦੋਨਾਂ ਨੂੰ ਹੀ ਰੋਣਾ ਪਵੇਗਾ। ਸ਼ੁਭ ਅਮਲਾਂ ਦੀ ਲੋੜ ਹੈ। ਜਿਹੜੇ ਅਮਲ ਕੀਤੇ ਹਨ ਉਹੀ ਉਹ ਦਰਗਾਹ ਦੇ ਵਿੱਚ ਵਿਟਨੈਸ ਬਣਦੇ ਹਨ, ਗਵਾਹ ਬਣਦੇ ਹਨ। ਫਰੀਦਾ, ਅਮਲ ਜੇ ਕੀਤਿਆ ਦੋਨੀ ਵਿੱਚ, ਸੇ ਦਰਗਾਹ ਹੈ ਉਗਾਹਾ। ਉਗਾਹਾ ਵਿਟਨੈਸ ਦੇਣ ਵਾਲੇ ਨੂੰ ਕਹਿੰਦੇ ਹਨ। ਉਹ ਅਮਲ ਹੀ ਕਹਿ ਦਿੰਦੇ ਹਨ, ਇਸ ਮਨ ਨੇ ਇਹ ਕਰਮ ਸਾਡੇ ਕੋਲੋਂ ਕਰਵਾਏ ਹਨ, ਇਸ ਸਰੀਰ ਕੋਲੋਂ। ਇੱਥੇ ਉਹ ਜਿਹੜਾ ਪਹਿਲਾ ਹਿੱਸਾ ਆਪ ਜੀ ਨੇ ਸੁਣਿਆ ਹੈ ਕਿ ਲੋਭ, ਮਹਾਰਾਜ ਕਹਿਣ ਲੱਗੇ ਕਿ ਸਾਰਿਆਂ ਤੋਂ ਵੱਡਾ ਹੈ। ਜਿੱਥੇ ਲੋਭ ਹੈ ਉੱਥੇ ਕਾਮ ਦਾ ਮਾਰਿਆ ਇਹ ਮਨ ਲੋਭ ਵਿੱਚ ਆ ਕੇ ਆਪਣਾ ਆਪ ਗਵਾ ਬਹਿੰਦਾ ਹੈ, ਨਰਕਾਂ ਦਾ ਭਾਗੀ ਬਣ ਜਾਂਦਾ ਹੈ। ਸਤਿਗੁਰਾਂ ਨੇ ਬਹੁਤ ਜਗ੍ਹਾ ਸਮਝਾ ਵੀ ਦਿੱਤਾ ਹੈ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। ਲੋਭ ਦਾ ਮਾਰਿਆ ਬੇਈਮਾਨ ਹੋ ਜਾਂਦਾ ਹੈ। ਲੋਭ ਦਾ ਮਾਰਿਆ ਨਾ ਰਾਤੀ ਸੌਂਦਾ ਹੈ, ਨਾ ਦਿਨੇ ਸੌਂਦਾ ਹੈ। ਲੋਭ ਦਾ ਮਾਰਿਆ ਸਦਾ ਚਿੰਤਤ ਰਹਿੰਦਾ ਹੈ, ਇਹ ਚੀਜ਼ਾਂ ਮੈਨੂੰ ਕਿਵੇਂ ਮਿਲ ਜਾਣ, ਇਹ ਮੇਰੇ ਹੱਥ ਵਿੱਚ ਕਿਵੇਂ ਆ ਜਾਣ। ਸਤਿਗੁਰਾਂ ਆਖਿਆ ਕਿ ਤੁਸਾਂ ਪੁੱਛਿਆ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚੋਂ ਕਿਹੜਾ ਵੱਡਾ ਹੈ। ਜਨਮ ਸਾਖੀ ਦੇ ਅੰਗ ਹਨ 212। ਇਹ ਕਥਾ ਆਪ ਜੀ ਨੇ ਸਰਵਣ ਕਰ ਲਈ ਹੈ। ਥੋੜੀ ਜਿਹੀ ਕਥਾ ਰਹਿ ਗਈ ਸੀ ਅੱਗੋਂ, ਉਹ ਦੱਸ ਰਹੇ ਨੇ। ਅੱਜ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਕੋਈ ਸ਼ਬਦ ਸਾਡੇ ਮਨ ਵਿੱਚ ਕਿਸੇ ਦੇ ਵਸ ਜਾਵੇ, ਸਾਡਾ ਮਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਵੇ। ਤੇ ਧੰਨ ਗੁਰੂ ਨਾਨਕ ਸਾਹਿਬ ਜੋੜ ਦਿੰਦੇ ਹਨ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ। ਇਹ ਰਸਨਾ ਫਿਰ ਆਖਣ ਲੱਗ ਪੈਂਦੀ ਹੈ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਇਮਾਮਾਂ ਨੂੰ ਸਤਿਗੁਰਾਂ ਨੇ ਆਖਿਆ ਕਿ ਲੋਭ ਸਾਰਿਆਂ ਤੋਂ ਵੱਡਾ ਹੈ। ਲੋਭ ਜਿਹੜਾ ਹੈ, ਲੋਭ ਕਰਕੇ ਹੀ ਬੰਦਾ ਰੂਪ ਨੂੰ ਤੱਕਦਾ ਹੈ, ਰੂਪ ਦੇ ਪਿੱਛੇ ਦੌੜਦਾ ਹੈ, ਰੂਪ ਦੀ ਅੱਗ ਵਿੱਚ ਸੜਦਾ ਹੈ। ਲੋਭ ਦਾ ਮਾਰਿਆ ਹੀ ਅਹੰਕਾਰੀ ਬਣ ਜਾਂਦਾ ਹੈ। ਇਹ ਚੀਜ਼ਾਂ ਮੇਰੇ ਕੋਲ ਆ ਜਾਣ, ਇਹਦਾ ਮਾਲਕ ਮੈਂ ਹੋਵਾਂ, ਆ ਵੀ ਮੈਨੂੰ ਮਿਲ ਜਾਵੇ, ਆ ਵੀ ਮੈਨੂੰ ਮਿਲ ਜਾਵੇ। ਸਤਿਗੁਰਾਂ ਆਖਿਆ ਇਹਨਾਂ ਸਾਰਿਆਂ ਦਾ ਮੁੱਢ ਲੋਭ ਹੈ। ਮਮਤਾ ਜਿਹੜੀ ਹੈ ਇਹ ਵੀ ਲੋਭ ਕਰਕੇ ਹੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਹ ਕੱਲ ਆਪ ਜੀ ਨੇ ਸਾਰੀਆਂ ਇਹ ਜੋ ਸਾਖੀਆਂ ਦੇ ਵਿੱਚ ਸਿੱਖਿਆਵਾਂ ਸਨ ਉਹ ਸਾਰੀਆਂ ਸੁਣ ਲਈਆਂ ਹਨ। ਅਹੰਕਾਰ ਬਾਰੇ ਵੀ ਸਤਿਗੁਰਾਂ ਨੇ ਉਹਨਾਂ ਨੂੰ ਕਿਹਾ, ਕਿਉਂਕਿ ਉਹਨਾਂ ਨੇ ਪੁੱਛਿਆ ਸੀ ਨਾ, ਸਤਿਗੁਰੂ ਜੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਜਿਹੜੀਆਂ ਖਸਲਤਾਂ ਹਨ ਚੰਗੀਆਂ ਕਿਹੜੀਆਂ ਹਨ, ਕੌਣ ਕਰਵਾਉਂਦਾ ਹੈ, ਤੇ ਮੰਦੀਆਂ ਜਿਹੜੀਆਂ ਹਨ ਇਹ ਕੌਣ ਕਰਵਾਉਂਦਾ ਹੈ। ਸਤਿਗੁਰਾਂ ਨੇ ਆਖਿਆ ਇਹ ਚੰਗੀਆਂ ਮੰਦੀਆਂ ਇਹ ਮਨ ਕਰਵਾਉਂਦਾ ਹੈ, ਇਹ ਮਨ ਦੀ ਇੱਛਾ ਹੈ, ਇਹਦੇ ਹਿੱਸੇ ਹੀ ਆਇਆ ਹੈ ਚੰਗਾ ਕਰਨਾ ਹੈ ਕਿ ਮਾੜਾ ਕਰਨਾ ਹੈ। ਇਹਨੇ ਹੀ ਆ ਦੇਹ ਰੂਪੀ ਬੋਡੀ ਦੇ ਵਿੱਚ, ਧਰਤੀ ਦੇ ਵਿੱਚ ਬੀਜ ਰੋਜ਼ ਬੀਜਣੇ ਹਨ, ਸਵੇਰੇ ਉੱਠ ਕੇ ਰਾਤ ਦਿਨੇ। Our mind is organizer of the body. At the same time, whatever mind tells the body, body does the same. ਜੋ ਮਨ ਹੱਥਾਂ ਨੂੰ ਕਹਿੰਦਾ ਹੈ ਹੱਥ ਉਹ ਕਰਦੇ ਹਨ, ਜੋ ਮਨ ਅੱਖਾਂ ਨੂੰ ਕਹਿੰਦਾ ਹੈ ਅੱਖਾਂ ਉਹ ਕਰਦੀਆਂ ਹਨ, ਜੋ ਮਨ ਕੰਨਾਂ ਨੂੰ ਕਹਿੰਦਾ ਹੈ ਕੰਨ ਉਹ ਸੁਣਦੇ ਹਨ, ਜੋ ਮਨ ਇਹਨਾਂ ਪੈਰਾਂ ਨੂੰ ਕਹਿੰਦਾ ਹੈ ਇਹ ਪੈਰ ਉਸੇ ਪਾਸੇ ਤੁਰੇ ਜਾਂਦੇ ਹਨ। ਸਾਰੀ ਬਾਡੀ ਇਹਦੇ ਕੰਟਰੋਲ ਵਿੱਚ ਹੈ। ਸਤਿਗੁਰਾਂ ਨੇ ਲੋਭ ਨੂੰ
ਦੱਸਿਆ ਕਿ ਲੋਭ ਇਹਨਾਂ ਪੰਜਾਂ ਵਿੱਚੋਂ ਸਭ ਤੋਂ ਵੱਡਾ ਹੈ। ਲੋਭ ਕਰਕੇ ਹੀ ਇਹ ਦੂਜੇ ਜਿਹੜੇ ਹਨ ਇਹ ਤਗੜੇ ਬਣ ਬਹਿੰਦੇ ਹਨ। ਤੇ ਸਤਿਗੁਰੂ ਜੀ ਹੁਕਮ ਕਰਨ ਲੱਗੇ, ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਫਿਰ ਪੰਜ ਜਿਹੜੇ ਚੰਗੇ ਕੰਮ ਕਰਵਾਉਂਦੇ ਹਨ ਉਹ ਪੰਜ ਕਿਹੜੇ ਕਿਹੜੇ ਹਨ, ਕਿਵੇਂ ਹਨ? ਉਹ ਨੇਕ ਖਸੀਅਤਾਂ, ਆਦਤਾਂ, ਸੁਭਾਅ ਬੰਦਿਆਂ ਦੇ ਕਿਹੜੇ ਹਨ? ਪੰਜੇ ਨੇਕ ਖਸੀਅਤਾਂ ਸੁਣੋ ਚਾਰੇ ਇਮਾਮ। ਸਤਿਗੁਰਾਂ ਨੇ ਹੁਕਮ ਕੀਤਾ। ਉਹਨਾਂ ਚੌਹਾਂ ਇਮਾਮਾਂ ਨੂੰ ਮਦੀਨੇ ਦੀ ਸਾਖੀ ਹੈ, ਅੰਗ ਹੈ 213 213 ਜਨਮ ਸਾਖੀ ਹੈ ਭਾਈ ਬਾਲਾ ਜੀ ਵਾਲੀ। ਤੇ ਜਿਹੜਾ ਬਾਹਰ ਪ੍ਰਿੰਟਿੰਗ ਪਰਚਾ ਲੱਗਾ ਹੋਇਆ ਹੈ, ਫੋਟੋ ਲੱਗੀ ਹੋਈ ਹੈ, ਸਰੂਪ ਲੱਗਾ ਹੋਇਆ ਹੈ, ਉਹ ਹੈ ਭਾਈ ਸਾਹਿਬ ਜੀ, ਭਾਈ ਜਵਾਹਰ ਸਿੰਘ ਜੀ, ਕਿਰਪਾਲ ਸਿੰਘ ਜੀ ਦਾ, ਉਹਨਾਂ ਦੀ ਫਰਮ ਦਾ ਛਪਿਆ ਹੋਇਆ। ਕਿਉਂਕਿ ਕਈ ਵਾਰੀ ਹੋਰ ਗੁਰਮੁਖਾਂ ਨੇ ਜਨਮ ਸਾਖੀਆਂ ਛਾਪੀਆਂ ਹੋਈਆਂ ਹਨ, ਉਹਨਾਂ ਦੇ ਪੰਨੇ ਨੰਬਰ ਹੋਰ ਹਨ। ਔਰ ਜੋ ਦਾਸਰਾ ਜਿੰਨੇ ਵੀ ਐਪੀਸੋਡ ਆਪ ਜੀ ਤੱਕ ਪਹੁੰਚ ਰਹੇ ਹਨ, ਸਾਖੀਆਂ ਪਹੁੰਚ ਰਹੀਆਂ ਹਨ, ਇਹ ਤਾਈਓ ਸਹੀ ਨੰਬਰ ਲੱਭਣਗੇ ਜੇ ਜਨਮ ਸਾਖੀ ਤੁਹਾਡੇ ਕੋਲ ਭਾਈ ਬਾਲਾ ਜੀ ਵਾਲੀ ਹੋਵੇਗੀ ਤੇ ਜਿਹੜੀ ਫਰਮ ਦਾ ਨਾਮ ਲਿਆ ਹੈ ਉਹ ਨਾਮ ਉੱਪਰ ਲਿਖਿਆ ਹੋਵੇਗਾ ਤਾਂ ਪੂਰੀ ਸਮਝ ਪਵੇਗੀ। ਜੇ ਕੋਈ ਹੋਰ ਜਨਮ ਸਾਖੀ ਦੂਸਰੀ ਜਗ੍ਹਾ ਦੀ ਛਪੀ ਹੋਈ ਹੋਵੇਗੀ ਉਹਦੇ ਨਾਲ ਹੋ ਸਕਦਾ ਹੈ ਇਹ ਨੰਬਰ ਜਿਹੜਾ ਹੈ ਇਹ ਨਾ ਮਿਲੇ ਤੇ ਮਨ ਨੂੰ ਪੂਰੀ ਸਮਝ ਨਾ ਪਵੇ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਇਹ ਜਿਹੜੀ ਸਿੱਖਿਆ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਰਵਣ ਕਰ ਰਹੇ ਹਨ। ਭਾਈ ਬਾਲਾ ਜੀ ਜਿਵੇਂ ਜਿਵੇਂ ਹੋਇਆ ਹੈ ਤਿਵੇਂ ਦੱਸ ਰਹੇ ਹਨ। ਉਹਨਾਂ ਚੌਹਾਂ ਇਮਾਮਾਂ ਨੂੰ ਆਖਿਆ, ਪੰਜੇ ਨੇਕ ਖਸੀਅਤਾਂ ਸੁਣੋ ਚਾਰੇ ਇਮਾਮ। ਇਹ ਜੋ ਦਾਸਰਾ ਬੋਲ ਰਿਹਾ ਹੈ ਜਨਮ ਸਾਖੀ ਵਿੱਚੋਂ ਬੋਲ ਰਿਹਾ ਹੈ। ਇਹਨਾਂ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹ ਸ਼ਬਦ ਨਹੀਂ ਆਉਂਦੇ, ਇਹ ਜਨਮ ਸਾਖੀ ਵਿੱਚੋਂ ਹਨ। 213 ਪੇਜ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਦਾ। ਪੰਜੇ ਹੋਏ ਪੰਜ ਤਤ ਤਿਸ ਦਾ ਸੁਣੋ ਬਿਆਨ। ਪੰਜ ਤੱਤ ਜਿਹੜੇ ਹਨ ਹਵਾ, ਮਿੱਟੀ, ਪਾਣੀ, ਅਗਨੀ, ਆਕਾਸ਼। ਹੁਣ ਕਹਿੰਦੇ ਹਨ ਨੇਕ ਕੌਣ ਹਨ, ਚੰਗੀਆਂ ਆਦਤਾਂ ਕਿਹਨਾਂ ਦੀਆਂ ਹਨ, ਭਲੇ ਮਨ ਕਿਹੜੇ ਹਨ, ਚੰਗੇ ਮਨ ਕਿਹੜੇ ਹਨ, ਦੁਨੀਆ ਤੋਂ ਤਰ ਜਾਣ ਵਾਲੇ ਮਨ ਕਿਹੜੇ ਹਨ। ਇਮਾਮ ਚੌਹਾਂ ਨੂੰ ਦੱਸ ਰਹੇ ਹਨ। ਸੰਤ ਸੋ ਸਤਿਗੁਰਾਂ ਨੇ ਹੁਕਮ ਕੀਤਾ, ਸੰਤ ਉਹ ਹੈ। ਸੰਤ ਸੋ ਐ ਇਮਾਮ ਰਿਸਪੈਕਟੇਬਲ ਸਨ ਜੀ ਕਹਿ ਦਿੱਤਾ, ਐ ਇਮਾਮ ਜੀ, ਕਿਉਂਕਿ ਉਹ ਵੀ ਖੁਦਾ ਨੂੰ ਲੱਭਦੇ ਸਨ, ਖੁਦਾ ਦੀਆਂ ਰੱਬ ਦੀਆਂ ਗੱਲਾਂ ਪੁੱਛਦੇ ਸਨ। ਪੰਜੇ ਨੇਕ ਖਸੀਅਤਾਂ ਸੁਣੋ ਚਾਰੇ ਇਮਾਮ। ਪੰਜੇ ਹੋਏ ਪੰਜ ਤਤ ਤੇ ਤਿਸ ਦਾ ਸੁਣੋ ਬਿਆਨ। ਸਤਿਗੁਰਾਂ ਨੇ ਫਰਮਾਇਆ, ਸੰਤ ਉਹ ਹੈ। ਸੰਤ ਕਿਸ ਨੂੰ ਕਹਿੰਦੇ ਹਨ? ਸੰਤ ਸੋ
ਜੋ ਮਾਰੇ ਕਾਮ ਨੂੰ, ਜੋ ਆਬ ਤਤ ਕਾ ਪੂਤ। ਆਬ ਪਾਣੀ ਨੂੰ ਕਹਿੰਦੇ ਹਨ। ਇਹ ਜਿਹੜੀ ਬਿੰਦ ਹੈ, ਬਿੰਦ ਤੇ ਜਿਨ ਪਿੰਡ ਕੀਆ, ਇਹ ਵੀ ਮੈਲੇ ਪਾਣੀ ਤੋਂ ਆ ਜਿਹੜੀ ਦੇਹ ਮਿੱਟੀ ਦੀ ਬਣੀ ਹੈ, ਆ ਪਿੰਡ ਬਣਿਆ ਹੈ। ਪਿੰਡ ਬੋਡੀ ਨੂੰ ਕਹਿੰਦੇ ਨੇ, ਦੇਹ ਨੂੰ ਫਰਮਾਉਂਦੇ ਹਨ। ਬਿੰਦ ਤੇ ਜਿਨ ਪਿੰਡ ਕੀਆ। ਹੋਰ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹੁਕਮ ਹਨ। ਪਾਣੀ ਮੈਲਾ, ਇਹ ਜਿਹੜਾ ਪਾਣੀ ਹੈ ਇਹ ਮੈਲਾ ਹੈ। ਕਈ ਵਾਰੀ ਇਸ਼ਨਾਨ ਕਰਨਾ ਪੈਂਦਾ ਹੈ, ਨਹਾਉਣਾ ਪੈਂਦਾ ਹੈ। ਇਹ ਆਬ ਜਿਹੜਾ ਹੈ, ਆਬ ਪਾਣੀ ਨੂੰ, ਜਲ ਨੂੰ ਫਰਮਾਉਂਦੇ ਹਨ। ਜਿਮੀ ਦਰਖਤ ਆਬ, ਪੈਦਾਇਸ਼ ਖੁਦਾਏ। ਜ਼ਮੀਨ, ਪਾਣੀ, ਆ ਜਿਹੜੀ ਉਤਪੁੱਜ ਹੈ, ਦਰਖਤ, ਇਹ ਸਭ ਖੁਦਾ ਨੇ ਪੈਦਾ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪੜ੍ਹਿਆ ਕਰੋ। ਸੰਤ ਉਹ ਹਨ, ਸੰਤ ਸੋ ਜੋ ਮਾਰੇ ਕਾਮ ਨੂੰ, ਜੋ ਆਬ ਤਤ ਕਾ ਪੂਤ। ਇਹ ਵੀ ਪਾਣੀ ਦਾ, ਇਹ ਮੈਲੇ ਪਾਣੀ ਦਾ ਇੱਕ ਪੂਤ ਹੈ, ਹਿੱਸਾ ਹੈ। ਜਿਵੇਂ ਪੁੱਤਰ ਧੀਆਂ ਪਰਿਵਾਰ ਦਾ ਹਿੱਸਾ ਹਨ, ਇਹ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਤਤ ਵਾਸਤੇ ਇੱਕ ਹਿੱਸਾ ਬਣਾ ਦਿੱਤਾ ਹੈ। ਕਾਮ, ਸੰਤ ਉਹ ਹੈ ਜੋ ਇਸ ਨੂੰ ਮਾਰ ਲਵੇ। ਵੱਡਾ ਸਿੱਧ ਜੋ ਜਤ ਕਰੇ, ਜਿਨ ਥੰਮ ਰੱਖਿਆ ਸਤ ਸੂਤ। ਇਹ ਜੋ ਦਾਸਰਾ ਪੜ੍ਹ ਰਿਹਾ ਹੈ, 213 ਅੰਗ ਹੈ, ਮਦੀਨੇ ਦੀ ਸਾਖੀ ਹੈ। ਇਹ ਜਨਮ ਸਾਖੀ ਵਿੱਚੋਂ ਪੜ੍ਹ ਰਿਹਾ ਹੈ। ਸਤਿਗੁਰਾਂ ਆਖਿਆ, ਸਿੱਧ ਵੀ ਭਲੇ ਹਨ, ਮਨ ਕਰਕੇ ਜੁੜੇ ਰਹਿੰਦੇ ਹਨ ਅਕਾਲ ਪੁਰਖ ਨਾਲ, ਪਰ ਮਨ ਵਿੱਚ ਇੱਛਾ ਰਹਿੰਦੀ ਹੈ ਸਿੱਧੀਆਂ ਦੀ। ਅਸੀਂ ਉੱਡ ਪਈਏ, ਅਸੀਂ ਵੱਡੀਆਂ ਉਮਰਾਂ ਜੀ ਲਈਏ। ਭਾਵੇਂ ਇੱਛਾ ਕਰਕੇ ਜਪਦੇ ਹਨ, ਪਰ ਮਨ ਨੂੰ ਥੰਮ ਕੇ ਰੱਖਦੇ ਹਨ, ਤਾਂ ਉਹਨਾਂ ਦੀਆਂ ਉਮਰਾਂ ਵੱਡੀਆਂ ਹੋ ਜਾਂਦੀਆਂ ਹਨ। ਸੋਤ ਵਿੱਚ ਰਹਿੰਦੇ ਹਨ, ਟਿਕ ਕੇ ਰਹਿੰਦੇ ਹਨ, ਜਤ ਵੀ ਰੱਖਦੇ ਹਨ। ਜਤ ਕਰ ਹੋਏ ਸਾਧਕਾ, ਹੋਰ 84 ਸਿੱਧ। ਸਾਧਨਾ ਕਰਕੇ, ਸਾਧਕ ਹੋ ਕੇ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰ ਲੈਂਦੇ ਹਨ, ਪਰ ਮੁਕਤੀ ਤੋਂ ਰਹਿ ਜਾਂਦੇ ਹਨ। ਉਮਰਾਂ ਭਾਵੇਂ ਵੱਡੀਆਂ ਹੋ ਜਾਂਦੀਆਂ ਹਨ। ਹੋਰ 84 ਸਿੱਧ, 84 ਸਿੱਧ ਵੀ ਹੋ ਜਾਂਦੇ ਹਨ, ਨਾਮ ਆ ਜਾਂਦੇ ਹਨ। ਚਿਰੰਜੀਵ ਹੋਏ ਜਤ ਕਰੇ, ਲੰਮੀਆਂ ਉਮਰਾਂ ਮਿਲ ਜਾਂਦੀਆਂ ਹਨ, ਜਤ ਵਿੱਚ ਰਹਿੰਦੇ ਹਨ। ਤੇ ਜਤ ਵਿੱਚ ਰਹਿਣ ਨਾਲ ਮਿਲਦਾ ਕੀ ਹੈ? ਜਿਤ ਕਰ ਪਾਈ ਨੌ ਨਿਧ ਸਿੱਧ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ। 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗ ਪੈਂਦੀਆਂ ਹਨ, ਪਰ ਮੁਕਤੀ ਨਹੀਂ ਮਿਲਦੀ। ਜਿਤ ਕਰ ਪਾਈ ਨੌ ਨਿਧ ਸਿੱਧ, ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਬਹਿੰਦੇ ਹਨ। ਉਹ ਇਮਾਮ ਸੁਣ ਰਹੇ ਹਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸਿੱਖਿਆ ਦੇ ਰਹੇ ਹਨ। ਇੰਜ ਇਹ ਲੋਕ ਨੇਕ ਗਿਣੇ ਜਾਂਦੇ ਹਨ। ਸੰਤ ਹੋਣ, ਸਿੱਧ ਹੋਣ। ਰਾਤ ਦੇਹ ਸੋਚੇਤ ਹੋਏ, ਸੁਪਨੇ ਬਿੰਦ ਨ ਜਾਏ। ਰਾਤ ਦਿਨੇ ਸੁਚੇਤ ਰਹਿੰਦੇ ਹਨ, ਕਿਸੇ ਰੂਪ ਦੀ ਅੱਗ ਵਿੱਚ ਨਹੀਂ ਜਲਦੇ।
ਸੁਪਨੇ ਵਿੱਚ ਵੀ ਬਿੰਦ ਦਾ ਖਿਆਲ ਰੱਖਦੇ ਹਨ। ਬਹੁਤਾ ਖੋਲ ਕੇ ਦਾਸ ਕਥਾ ਨਹੀਂ ਕਰ ਸਕਦਾ, ਤੁਸੀਂ ਸਿਆਣੇ ਹੋ, ਸਮਝ ਲੈਣਾ। ਰਾਤ ਦੇਹ ਸੁਚੇਤ ਹੋਏ, ਸੁਪਨੇ ਬਿੰਦ ਨਾ ਜਾਏ। ਕਿਉਂਕਿ ਜੋ ਅੱਖਾਂ ਦੇਖਦੀਆਂ ਹਨ, ਤੱਕਦੀਆਂ ਹਨ ਰੂਪਾਂ ਨੂੰ, ਰੂਪੇ ਕੰਮ ਹੈ, ਦੋਸਤੀ ਬਿੰਦ ਨਾਸ ਹੋ ਜਾਂਦਾ ਹੈ। ਬਚਣਾ ਬੜਾ ਜ਼ਰੂਰੀ ਹੈ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਹਨ, ਰੂਪ ਤੱਕੋ ਆਪਣੇ ਪਰਿਵਾਰ ਦਾ, ਬੱਚਿਆਂ ਦਾ, ਆਪਣੀ ਪਤਨੀ ਦਾ, ਵਾਈਫ ਦਾ। ਨਿਜ ਨਾਰੀ ਕੇ ਸੰਗ ਨੇ ਹੋ ਤੁਮ ਨਿਤ ਵਡਈਓ। ਇਨਕਰੀਜ਼ ਯੂਅਰ ਲਵ ਵਿਦ ਯੂਅਰ ਓਨ ਵਾਈਫ। ਪਰ ਨਾਰੀ ਕੀ ਸਹਿਜ ਭੂਲ ਸੁਪਨੇ ਹੋ ਨਾ ਜਈਓ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। Don't recline with another woman, not even in your dream. ਤੱਕਣਾ ਹੈ ਤੇ ਆਪਣੇ ਗੁਰੂ ਵੱਲ ਤੱਕਣਾ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਨਹੀਂ ਤਾਂ ਸੁਪਨੇ ਵਿੱਚ ਹੀ ਬੜੀਆਂ ਭੁੱਲਾਂ ਹੋ ਜਾਣਗੀਆਂ। ਸੁੱਖ ਕਿੱਦਾਂ ਮਿਲਦੇ ਹਨ, ਰਿੱਧੀਆਂ ਸਿੱਧੀਆਂ ਕਿੱਦਾਂ ਮਿਲਦੀਆਂ ਹਨ, ਉਹਨਾਂ ਇਮਾਮਾਂ ਨੂੰ ਦੱਸ ਰਹੇ ਹਨ। ਚੀਜ਼ਾਂ ਤੇ ਮਿਲ ਜਾਂਦੀਆਂ ਹਨ, ਪਰ ਖੁਦਾ ਨਹੀਂ ਮਿਲਦੇ। ਸੁਪਨੇ ਬਿੰਦ ਨਾ ਜਾਏ, ਪ੍ਰਗਟ ਪੀਰੀ ਤਿਸ ਦੀ, ਸਚ ਨਾਨਕ ਕਹੇ ਅਲਾਏ। ਉਹਨਾਂ ਦੀ ਪ੍ਰਗਟ ਪੀਰੀ ਹੈ, ਉਹ ਪੀਰ ਹਨ, ਉਹ ਗੁਰੂ ਹਨ, ਜਿਨ੍ਹਾਂ ਦਾ ਧਿਆਨ ਖੁਦਾ ਵੱਲ ਹੈ, ਵਾਹਿਗੁਰੂ ਜੀ ਵੱਲ ਹੈ। ਸੱਚ ਨਾਨਕ ਕਹੇ ਅਲਾਏ। ਸਤਿਗੁਰਾਂ ਨੇ ਫਰਮਾਇਆ, ਅਸੀਂ ਸੱਚ ਬੋਲ ਦਿੱਤਾ ਹੈ। ਸ਼ਿਵ ਕਰ ਮਾਰੇ ਕ੍ਰੋਧ ਨੂੰ, ਜਿਸ ਘੱਤੀ ਖਲਕ ਜਲਾਏ। ਜਿਵੇਂ ਸ਼ਿਵ ਬਾਣ ਹੁੰਦੇ ਹਨ, ਕ੍ਰੋਧ ਨੂੰ ਮਾਰ ਕੇ ਸ਼ਾਂਤੀ ਵਿੱਚ ਲੈ ਆਵੇ। ਸਤਿਗੁਰ ਕਬੀਰ ਸਤਿਗੁਰ ਸੂਰਮੇ ਬਹਿਆ ਬਾਣ, ਜੋ ਏਕ ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇ ਜੇ ਛੇਕ। ਐਸਾ ਗੁਰਬਾਣੀ ਦਾ, ਗੁਰੂ ਦੇ ਬਚਨ ਦਾ ਤੀਰ ਵੱਜੇ, ਇਹ ਕ੍ਰੋਧ ਜਿਹੜਾ ਹੈ ਸ਼ਾਂਤ ਹੋ ਜਾਵੇ, ਡਿੱਗ ਪਵੇ। ਬੰਦਾ ਵੀ ਜਦੋਂ ਮਰ ਜਾਂਦਾ ਹੈ ਕਹਿੰਦਾ ਹੈ ਸ਼ਾਂਤ ਹੋ ਗਿਆ। ਕ੍ਰੋਧੀ ਬੰਦਾ ਵੀ ਜਦੋਂ ਗੁਰੂ ਦੀ ਬਾਣੀ ਦਾ ਤੀਰ ਵੱਜਦਾ ਹੈ, ਇਹਦਾ ਕ੍ਰੋਧ ਚਲਾ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ। ਜਾਂ ਕ੍ਰੋਧ ਸੰਭਾਲੇ ਆਪ ਨੂੰ, ਤਾਂ ਨੇੜੇ ਕੋਈ ਨਾ ਆਏ। ਜਦੋਂ ਕ੍ਰੋਧੀ ਕ੍ਰੋਧ ਨੂੰ ਛੱਡ ਦੇਵੇ, ਮਨ ਨੂੰ ਗੁਰੂ ਦੇ ਚਰਨਾਂ ਨਾਲ, ਸਤਨਾਮ ਜੀ ਦੇ ਚਰਨਾਂ ਨਾਲ, ਵਾਹਿਗੁਰੂ ਜੀ ਦੇ ਚਰਨਾਂ ਨਾਲ, ਖੁਦਾ ਦੇ ਚਰਨਾਂ ਨਾਲ ਜੋੜ ਲਵੇ, ਤਾਂ ਕੋਈ ਦੁਸ਼ਮਣ, ਦੂਸ਼ਿਤ ਮਨ ਵਾਲਾ ਨੇੜੇ ਨਹੀਂ ਆਉਂਦਾ। ਖੇਸ਼ ਬੇਗਾਨੇ ਭੱਜ ਜਾਹੇ, ਸਭ ਖਿਸਕ ਜਾਂਦੇ ਹਨ। ਇਹ ਤਾਂ ਕੋਈ ਖੁਦਾ ਦਾ ਬੰਦਾ ਹੈ, ਰੱਬ ਦਾ ਬੰਦਾ ਹੈ, ਇਹ ਤਾਂ ਨਾਮ ਜਪਣ ਵਾਲਾ ਹੈ। ਸਤਨਾਮ ਸ੍ਰੀ ਵਾਹਿਗੁਰੂ, ਸਭ ਡਰਦੇ ਹਨ। ਕੋਈ ਨਾ ਆਵੇ ਨੇੜ, ਕੋਈ ਵੀ ਨੇੜੇ ਨਹੀਂ ਆਉਂਦਾ। ਜੈਸਾ ਅੰਦਰ ਮਾਰ ਕੇ ਵਿਹਰ ਖਲੋਵੇ ਸ਼ੇਰ, ਉਹ ਮਨ ਸ਼ੇਰ ਵਰਗਾ ਹੈ। ਕ੍ਰੋਧ ਜਲਾਈਆਂ ਉਮਤੀ, ਇਸ ਕ੍ਰੋਧ ਨੇ ਬੜੀਆਂ ਬੜੀਆਂ ਉਮਤਾਂ, ਦੇਸ਼ ਜਲਾ ਛੱਡੇ, ਦੁਨੀਆ ਜਲਾ ਛੱਡੀ, ਸਾੜ ਛੱਡੀ। ਅੱਗੇ ਪਿੱਛੇ ਜੇ ਹੋਏ, ਕਈ ਵਾਰੀ ਕਈ ਜਨਰੇਸ਼ਨ ਜਿਹੜੀਆਂ ਹਨ ਕ੍ਰੋਧ ਵਿੱਚ ਆਪ ਖਤਮ ਹੋ ਜਾਂਦੀਆਂ ਹਨ। ਆਉਣ ਵਾਲੀਆਂ ਪੀੜ੍ਹੀਆਂ ਵੀ ਉਸੇ ਕ੍ਰੋਧ ਵਿੱਚ ਜਲਦੀਆਂ ਰਹਿੰਦੀਆਂ ਹਨ, ਲੜਦੀਆਂ ਰਹਿੰਦੀਆਂ ਹਨ। ਨਾਨਕ ਕਹੇ ਇਮਾਮ ਜੀ, ਕ੍ਰੋਧੇ ਜੇਡ ਨ ਕੋਏ। ਕਹਿਣ ਲੱਗੇ, ਐ ਇਮਾਮ ਜੀ,
ਕਿਉਂਕਿ ਉਹ ਵੀ ਇੱਜ਼ਤ ਵਾਲੇ ਸਨ, ਰਿਸਪੈਕਟ ਵਾਲੇ ਸਨ। ਸਤਿਗੁਰਾਂ ਨੇ ਵਾਰਤਾਲਾਪ ਕਰਨ ਲੱਗਿਆਂ ਜੀ ਕਹਿ ਦਿੱਤਾ, ਨਾਨਕ ਕਹੇ ਇਮਾਮ ਜੀ, ਕ੍ਰੋਧੇ ਜੇਡ ਨਾ ਕੋਏ, ਕ੍ਰੋਧ ਵਰਗੀ ਕੋਈ ਐਸੀ ਅੱਗ ਨਹੀਂ। ਕ੍ਰੋਧ ਦੀ ਅੱਗ ਸਾਰਿਆਂ ਨੂੰ ਭਸਮ ਕਰ ਦਿੰਦੀ ਹੈ। ਕਾਮ ਤੇ ਕ੍ਰੋਧ ਦੀਆਂ ਦੋ ਅੱਗਾਂ ਬੜੀਆਂ ਭੈੜੀਆਂ ਨੇ। ਕਾਮ ਕ੍ਰੋਧ ਜਲਿਆ ਸੰਸਾਰੇ, ਪੂਰਾ ਸੰਸਾਰ ਜਲਿਆ ਪਿਆ ਹੈ ਵੈਰਾਂ ਕਰਕੇ, ਵਿਰੋਧਾਂ ਕਰਕੇ। ਮਾਰੇ ਲੋਭ ਸੰਤੋਖ ਕਰ, ਸਹਿਜੇ ਹੋਏ ਸੋ ਹੋਏ। ਸੰਤੋਖ ਰੱਖ ਕੇ ਇਹ ਲੋਭ ਮਾਰਿਆ ਜਾ ਸਕਦਾ ਹੈ। ਇਸ ਕਰਕੇ ਲੋਭ ਤੇ ਕਾਬੂ ਪਾਓ। ਸੰਤੋਖ ਵੱਡਾ ਪ੍ਰਧਾਨ ਹੈ। ਜਿਹਦੇ ਕੋਲ ਸਤ ਸੰਤੋਖ ਹੈ ਉਹ ਜਿੱਤ ਜਾਂਦਾ ਹੈ ਇਸ ਲੋਭ ਨੂੰ। ਇਹ ਲੋਭ ਹੀ ਸਾਰਿਆਂ ਦਾ ਵੈਰੀ ਹੈ। ਇਹ ਦੁਨੀਆ ਇੰਜ ਜਾਣੋ ਜਿਵੇਂ ਨਦੀ ਹੈ, ਨਦੀ ਦੇ ਵਿੱਚ ਬੇੜਾ ਹੈ, ਬੇੜੇ ਵਿੱਚ ਦੁਨੀਆ ਬੈਠੀ ਹੈ। ਜਦੋਂ ਕੰਢੇ ਲੱਗ ਜਾਂਦੀ ਹੈ, ਪਾਣੀ ਦੇ ਕੰਢੇ ਇਹ ਬੇੜਾ ਆ ਜਾਂਦਾ ਹੈ, ਬੁਢੇਪਾ ਆ ਜਾਂਦਾ ਹੈ, ਉਮਰ ਮੁੱਕ ਜਾਂਦੀ ਹੈ। ਸਭ ਆਪੋ ਆਪਣੇ ਰਾਹ ਪੈ ਜਾਂਦੇ ਹਨ। ਅੰਗ ਹੈ 213। ਦਾਸ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਇਹ ਕਥਾ ਕੀਤੀ ਹੈ। ਜਨਮ ਸਾਖੀ ਭਾਈ ਬਾਲਾ ਜੀ ਵਾਲੀ ਵਿੱਚੋਂ ਕਈ ਭੁੱਲਾਂ ਮੇਰੇ ਕੋਲੋਂ ਹੋ ਗਈਆਂ ਹਨ। ਸਾਧ ਸੰਗਤ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਬੁਰੀਆਂ ਖਸਲਤਾਂ ਆਦਤਾਂ ਛੱਡਣੀਆਂ ਹਨ। ਆ ਜਿਹੜੀਆਂ ਚੰਗੀਆਂ ਆਦਤਾਂ ਹਨ ਇਹ ਧਾਰਨ ਕਰਨੀਆਂ ਹਨ। ਗੁਰੂ ਸਾਹਿਬ ਜੀ ਦਾ ਨਾਮ ਜਪਣਾ ਹੈ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਬੇਦੀਨਾਂ ਦੀ ਦੋਸਤੀ ਨਹੀਂ ਕਰਨੀ। ਬੇਦੀਨਾਂ ਕੀ ਦੋਸਤੀ, ਬੇਦੀਨਾਂ ਕਾ ਖਾਨ ਬੜਾ ਮਾੜਾ ਹੈ। ਨਾਮ ਜਪਣਾ ਹੈ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 213 ਅੰਗ ਹੈ। ਜੇ ਤੁਸੀਂ ਘਰਾਂ ਦੇ ਵਿੱਚ ਜਨਮ ਸਾਖੀ ਪੜ੍ਹਨੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।